आत्मा चैनल देख रहे सभी दर्शकों का स्वागत है। मैं हूं राजेश मेहरा। आइए एक नजर डालते हैं आज के धार्मिक और सामाजिक समाचारों पर। कोरोना वायरस के अंतर्गत उन समाज सेवियों उद्योगपतियों को सम्मानित करने के लिए लुधियाना के भगवान महावीर सेवा संस्थान रजिस्टर लुधियाना के अध्यक्ष समाज सेवी राकेश जैन की प्रेरणा एवं उपाध्यक्ष राजेश जैन, उद्योगपति विपिन जैन एवं कंगारू ग्रुप से नीलम जैन के दिशा निर्देश में आज जैन स्थानक सिविल लाइन लुधियाना में समाज सेवी उद्योगपतियों को सम्मानित करने के लिए लुधियाना के पुलिस कमिश्नर राकेश अग्रवाल एवं एडीसी मैडम नीरू कत्याल पहुंचे। इसी के साथ साथ जम्मू कश्मीर के सीमांत इलाकों में रहने वाले जरूरतमंद परिवारों के लिए 2 ट्रक डबल बेड की 600 रजाइयों से भरे ट्रकों को झंडी देकर रवाना किया गया। इस मौके पर संस्थान की ओर से पुलिस कमिश्नर राकेश अग्रवाल एवं एडीसी मैडम नीरू कत्याल जी को लुधियाना में कोरोना वायरस के अंतर्गत लॉकडाउन एवं कर्फ्यू के माध्यम बहुमूल्य प्रशासनिक सेवाओं के लिए कोविड-19 सेवा रत्न अवार्ड से सम्मानित किया गया। संयोजक राकेश जैन ने बताया कि आज के कार्यक्रम में विशेषकर सेवा करने वाले, दान करने वाले और सेवा कार्यों को जरूरतमंदों तक पहुंचाने वाले महान लोगों का आज अभिनंदन समारोह लुधियाना के मानयोग पुलिस कमिश्नर राकेश अग्रवाल से हाथों हुआ है। ਜਿਹੜਾ ਇਹ ਟਰੱਕ ਭੇਜਣ ਦਾ ਜਿਹੜਾ ਸਿਲਸਿਲਾ ਹੈ ਪੰਜਾਬ ਕੇਸਰੀ ਵੱਲੋਂ ਪਿਛਲੇ 20-22 ਸਾਲਾਂ ਤੋਂ ਚੱਲ ਰਿਹਾ ਸੀਗਾ। ਸਾਡੇ ਸਮਾਜ ਨੂੰ ਜਾਂ ਤਾਂ ਕਹਿ ਲਓ ਕਿਸੇ ਤਰੀਕੇ ਅਪਰੋਚ ਨਹੀਂ ਹੋ ਪਾਈ ਜਾਂ ਕਿਸੇ ਵੀ ਤਰੀਕੇ ਕਹਿ ਲਓ ਜਿਹੜਾ ਉਹ ਪ੍ਰੋਜੈਕਟ ਹੈ ਉਸ ਨੂੰ ਜਿਹੜੀ ਸ਼ੁਰੂਆਤ ਕੀਤੀ ਹੈ ਉਹ ਇਸ ਪਰਿਵਾਰ ਨੇ ਕੀਤੀ ਹੈਗੀ ਹੈ ਔਰ ਉਸ ਪ੍ਰੋਜੈਕਟ ਨੂੰ ਜਿਹੜੀ ਗਤੀ ਦਿੱਤੀ ਹੈਗੀ ਹੈ। ਮੇਰੇ ਨਾਲ ਖੜੇ ਨੇ ਵਿਪਨ ਜੈਨ ਜੀ ਜਿਹੜੇ ਕਿ ਬਹੁਤ ਬੜੇ ਉਦਯੋਗਪਤੀ ਨੇ। ਅੱਜ ਇਹਨਾਂ ਦੇ ਨਾਮ ਦੇ ਨਾਲ ਉਦਯੋਗਪਤੀ ਦੇ ਨਾਲ ਦਾਨਵੀਰ ਵੀ ਲੱਗ ਗਿਆ ਕਿਉਂਕਿ ਇਹਨਾਂ ਨੇ ਖੁਦ 8 ਵਾਰ ਉੱਥੇ ਜਾ ਕੇ ਲੋਕਾਂ ਨੂੰ 1 to 1 ਜਾ ਕੇ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਆਪਣੇ ਹੱਥਾਂ ਨਾਲ ਸਮਾਨ ਦਾ ਵਿਤਰਨ ਕੀਤਾ ਹੈਗਾ ਵਾ। ਪ੍ਰਯਾਸ ਇੱਕੋ ਹੀ ਹੈਗਾ। ਇੱਕ ਗੱਲ ਦੀ ਸਮਝ ਆ ਗਈ ਕਿ ਮੇਰਾ ਪੈਸਾ ਮੇਰੇ ਨਾਲ ਨਹੀਂ ਜਾਣਾ। ਮੈਂ ਕਿਸੇ ਪੁੰਨਿਆ ਦੇ ਕਾਰਨ ਮੈਂ ਇਸ ਧਰਤੀ ਤੇ ਆਇਆ ਹੈ ਜਿਹੜਾ ਅੱਜ ਮੈਂ ਸਮਰਿੱਧ ਹੋਇਆ ਵਾ। ਉਹ ਜਿਹੜਾ ਪੈਸਾ ਹੈ ਸਮਾਜ ਦਾ ਹੈ, ਸਮਾਜ ਦੇ ਵਿੱਚ ਅੱਛੇ ਤਰੀਕੇ ਨਾਲ ਵਿਤਰਨ ਹੋਣਾ ਚਾਹੀਦਾ ਵਾ। ਇਸ ਸਮਝ ਨੂੰ ਲੈ ਕੇ ਵਿਪਨ ਜੀ ਅੱਜ ਨਿਰੰਤਰ ਸਮਾਜ ਸੇਵਾ ਦੇ ਬਹੁਤ ਸਾਰੇ ਖੇਤਰ ਨੇ ਜਿਨ੍ਹਾਂ ਨੂੰ ਟੱਚ ਕਰ ਰਹੇ ਨੇ। ਕੰਗਾਰੂ ਗਰੁੱਪ ਆਫ ਇੰਡਸਟਰੀ ਹਿੰਦੁਸਤਾਨ ਦੀ ਵਰਲਡ ਦੇ ਵਿੱਚ ਨਾਮ ਹੈ। ਪਰਿਵਾਰ ਦੇ ਵਿੱਚ ਜਿਹੜੇ ਸੇਵਾ ਦੇ ਪ੍ਰੋਜੈਕਟ ਹੈ, ਸੇਵਾ ਦੇ ਸੰਸਕਾਰ ਹੈਗੇ ਉਹ ਬਹੁਤ ਸਾਰੇ ਹੈਗੇ ਆ। ਅੱਜ ਖੁਦ ਆਪਣੇ ਪਿਤਾ ਜੀ ਤੋਂ ਲਿੱਤੇ ਹੈਗੇ ਆ, ਮਾਤਾ ਜੀ ਤੋਂ ਲਿੱਤੇ ਹੈਗੇ ਆ, ਉਹਨਾਂ ਦੇ ਪਤੀ, ਉਹਨਾਂ ਦੇ ਬੇਟੇ, ਅੱਗੇ ਉਹਨਾਂ ਦੇ ਪੋਤਾ ਪੋਤੀਆਂ ਵੀ ਜਿਹੜੇ ਹੈਗੇ ਆ ਉਸ ਸੇਵਾ ਦੇ ਵਿੱਚ ਉਹਨਾਂ ਨੂੰ ਸਹਿਯੋਗ ਕਰ ਰਹੇ ਨੇ। ਮੇਰੀ ਪਰਮਪਿਤਾ ਪਰਮਾਤਮਾ ਅੱਗੇ ਇਹੀ ਪ੍ਰਾਰਥਨਾ ਹੈ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਆਪਣੀ ਆਤਮਾ ਦੀ ਸੰਤੁਸ਼ਟੀ ਵਾਸਤੇ, ਅਨੁਭੂਤੀ ਵਾਸਤੇ ਐਸੇ ਕਾਰਜ ਜਿਹੜੇ ਹੈਗੇ ਆ ਸਮਾਜ ਦੇ ਵਿੱਚ ਬਹੁਤ ਸਾਰੇ ਹੋਣੇ ਚਾਹੀਦੇ ਹੈਗੇ ਆ। ਸਮਾਜ ਅੱਗੇ ਆਵੇ ਉਹ ਜਿਹੜੇ ਜ਼ਰੂਰਤਮੰਦ ਅਸਹਾਏ ਲੋਕ ਹੈਗੇ ਆ ਉਹਨਾਂ ਦੇ ਆਂਸੂ ਪੋਛਣ ਤੇ ਉਹਨਾਂ ਦੇ ਪੁੰਨਿਆ ਕਰਮ ਜਿਹੜੇ ਹੈਗੇ ਆ ਉਹ ਜਾਗ ਜਾਣਗੇ। ਅਸੀਂ ਸੋਚ ਰੱਖਦੇ ਹਾਂ। ਇਸੀ ਸੋਚ ਨੂੰ ਅੱਗੇ ਲੈ ਕੇ ਅਸੀਂ ਸਮਾਜ ਸੇਵਾ ਦੇ ਵਿੱਚ ਸਭ ਰਲ ਮਿਲ ਕੇ, ਜਿਹਦੇ ਵਿੱਚ ਸਮਾਜ ਦੇ ਬਹੁਤ ਸਾਰੇ ਉਦਯੋਗਪਤੀ ਨੇ, ਉਦਯੋਗਪਤੀਆਂ ਦੇ ਨਾਲ ਉਹਨਾਂ ਦਾ ਨਾਮ ਪਹਿਲੇ ਉਦਯੋਗਪਤੀ ਸੀ, ਅੱਜ ਉਹਨਾਂ ਨਾਲ ਦਾਨਵੀਰ ਨਾਲ ਲੱਗ ਗਿਆ ਹੈਗਾ। ਦਾਨਵੀਰ ਸ਼ਬਦ ਜਿਹੜਾ ਹੈ ਉਦਯੋਗਪਤੀ ਨਾਲੋਂ ਬੜਾ ਹੁੰਦਾ ਹੈਗਾ ਵਾ। ਅੱਜ ਉਹ ਸ਼ਬਦ ਜਿਹੜੇ ਹੈ ਕੁਝ ਪਰਿਵਾਰਾਂ ਨੂੰ ਲੱਗੇ ਹੈ। ਮੈਂ ਕਹਿੰਦਾ ਲੁਧਿਆਣਾ ਸਮਾਜ ਦੇ ਜਿੰਨੇ ਵੀ ਉਦਯੋਗਿਕ ਅੱਛੇ ਘਰਾਣੇ ਹੈਗੇ ਆ ਉਹ ਸਮਾਜ ਸੇਵਾ ਦੇ ਖੇਤਰ 'ਚ ਅੱਗੇ ਆਉਣ। ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕਰਨ। ਜੈ ਹਿੰਦ, ਜੈ ਜਨਤਾ। ਸਾਰਿਆਂ ਨੂੰ ਇਸ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ ਐਂਡ ਪੰਜਾਬ ਕੇਸਰੀ ਗਰੁੱਪ ਨੇ ਇਸ ਮੁਹਿੰਮ ਨੂੰ ਆਪਣਾ ਪੂਰਾ ਆਸ਼ਰय ਦਿੱਤਾ ਹੈ। ਉਹਦੇ ਲਈ ਉਹ ਵੀ ਵਧਾਈ ਦੇ ਪਾਤਰ ਹਨ ਅਤੇ ਲੁਧਿਆਣਾ ਦੇ ਉਸ ਨਿਵਾਸੀ ਜੋ भी इस मुहिम ਦੇ ਵਿੱਚ ਹਿੱਸਾ पा रहे हैं वो सारे ही बधाई के पात्र हैं। आज सिविल लाइन जैन स्थानक में हमारे भगवान महावीर सेवा संस्थान के अध्यक्ष राकेश जी द्वारा पुलिस कमिश्नर श्रीमान राकेश अग्रवाल जी एवं मैडम श्रीमती नीरू कत्याल एडीसी जो कि यहाँ पर आमंत्रित थे, उनके इस कार्यक्रम में हमारे जो पंजाब केसरी पद्म श्री विजय चोपड़ा जी ने जो जम्मू कश्मीर के बॉर्डरों पर राहत सामग्री के जो ट्रक भेजे जाते हैं उसी श्रृंखला के अंतर्गत हमारी महिला शाखा भगवान में महावीर सेवा सोसाइटी में आज से 4 वर्ष पूर्व ये कहें तो उसमें बाऊजी की शिरकत हुई। बाऊजी आए तो उन्होंने हमारे से ये कहा कि वहाँ पे जम्मू कश्मीर के बॉर्डरों में बहुत ज़रूरत है तो आप जैन परिवार औद्योगिक घराने से स्त्रियां जो बिलोंग करती हैं आप उस के अंतर्गत एक ट्रक भेज के देखो, वहाँ पे जाके देखो। तो वहीं पे बैठे बैठे हमारी महिला शाखा की प्रधान श्रीमती नीलम जैन कंगारू ग्रुप ऑफ इंडस्ट्री से हमारे विश्व जी ने साथ में ही अनाउंस कर दिया कि एक ट्रक हमारे परिवार की तरफ से हम भेजेंगे। उस श्रृंखला का यूँ कहें कि आगाज़ इतना अच्छा हुआ, इतना शुभारंभ इतना बढ़िया हुआ कि उसके बाद यहाँ से
ट्रकों की, हमारे जैन औद्योगिक घरानों से ट्रकों की लगातार जाना और वहाँ पे बांट के आना, हमारी जैन सतीश चौधरी वाले कविता भाभी रजनी जैन और हमारे लिघा धाम के अध्यक्ष विपन जैन, शर्मन स्वीट्स वाले विपन जी, और भी कई परिवार हैं आज जो सुभाष जी नीलम जैन, ऐसे हमारे कितने ही परिवार हैं, नाम लें अपने शाहरुख ग्रुप ऑफ इंडस्ट्री से, और मोनिका भाभी, राजू जी, काफ़ी परिवारों ने काफ़ी यहाँ से ट्रक जा रहे हैं। तो ये सारा जो श्रेय है, हम कहें जो अगर आगाज़ अच्छा होता है तो आगे भी ये लड़ी चलती रहती है। हम परम पिता परमात्मा से यही कहते हैं कि ये जो हम पुण्य का कार्य कर रहे हैं, हम सभी को इतनी समर्था प्रदान करें कि हम ये कार्य आगे भी यूं ही चलाते रहें और यूं ही बाबू जी की दिशा निर्देश को हम लोग फॉलो करें। इन्हीं शब्दों के साथ सभी का हम धन्यवाद करते हैं जिन्होंने भी इस महान यज्ञ में अपनी पैसों की आहुति दी है। जय जिनेंद्र, जय महावीर। आत्मा चैनल से विकास के साथ राकेश की रिपोर्ट। डिप्टी कमिश्नर गुरदासपुर के दिशा निर्देश और सीनियर मेडिकल अफसर डॉक्टर संजीव भल्ला की अगुवाई में बटाला के सरकारी अस्पताल में कोविड-19 की वैक्सीन को लेकर ड्राई रन किया गया। इस ड्राई रन में 25 हेल्थ स्टाफ की लिस्ट बनाकर कोविड-19 को वैक्सीन की प्रक्रिया का आगाज किया गया। डॉक्टर संजीव भल्ला ने बताया कि कोविड-19 की वैक्सीन पहले राउंड में फ्रंट लाइन पर सेहत मुलाजमों को दी जाएगी और दूसरे राउंड में नगर निगम और पुलिस मुलाजमों को दी जाएगी और तीसरे राउंड में 50 साल से ऊपर और 50 साल से नीचे वाले जो कि पुरानी बीमारियां जैसे शुगर, हाई ब्लड प्रेशर, कैंसर आदि से ग्रस्त हैं, उनको लगाई जाएगी। डॉक्टर भल्ला ने बताया कि कोविड-19 की वैक्सीन लगाने से आम लोगों में बीमारी के साथ लड़ने की ताकत आएगी और कोरोना को जल्द खत्म करने में सहाय होगा। सिविल अस्पताल बटाला विखे कोविड-19 वैक्सीनेशन बारे ड्राई रन किया गया, जिस विच जो कोविड-19 वैक्सीनेशन असी करनी है उस मुताबिक असी 25 ਜਿਹੜੇ ਸਾਡੇ ਕੈਂਡੀਡੇਟ ਸੀ ਵੈਕਸੀਨੇਸ਼ਨ ਵਾਸਤੇ ਹੈਲਥ ਕੇਅਰ ਵਰਕਰ, ਉਹਨਾਂ ਨੂੰ ਸਿਲੈਕਟ ਕੀਤਾ ਸੀ। ਉਹਨਾਂ ਵਿੱਚ ਕਿਹੜਾ ਕਿਹੜਾ ਪ੍ਰੋਸੀਜਰ ਕਿਵੇਂ ਕਿਵੇਂ ਫੋਲੋ ਹੋਣਾ ਉਹਨੂੰ ਫੋਲੋ ਕੀਤਾ ਗਿਆ ਔਰ ਜੇ ਕੋਈ ਕੰਪਲਿਕੇਸ਼ਨ ਆਉਂਦੀ ਹੈ ਤਾਂ ਉਹਨੂੰ ਕਿਵੇਂ ਮੈਨੇਜ ਕਰਨਾ ਉਹ ਮੈਨੇਜ ਕੀਤੀ ਗਈ। ਮੈਂ ਆਉਣ ਵਾਲੇ ਸਮੇਂ 'ਚ ਵਧਾਈ ਦਿੰਦਾ ਹੋਇਆ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਵੈਕਸੀਨੇਸ਼ਨ ਸਾਨੂੰ ਕੋਵਿਡ-19 ਤੋਂ ਬਚਾ ਸਕਦੀ ਹੈ ਤੇ ਵੈਕਸੀਨੇਸ਼ਨ ਅਸੀਂ ਕੋਵਿਡ-19 ਦੀ ਆਪਣੇ ਸਮੇਂ ਮੁਤਾਬਕ ਔਰ ਜਦੋਂ ਸਾਨੂੰ ਮੈਸੇਜ ਮਿਲਦਾ ਉਦੋਂ ਕਰਵਾਈਏ। ਦੂਸਰਾ ਮੈਂ ਜ਼ਰੂਰ ਕਹਿਣਾ ਚਾਹਾਂਗਾ ਬਈ ਇਸ ਲਈ ਇਹ ਵੈਕਸੀਨ ਬਹੁਤ ਸੇਫ ਹੈ, ਕੋਈ ਇਹਦੇ 'ਚ ਦਿੱਕਤ ਨਹੀਂ ਹੈ ਔਰ ਵੈਕਸੀਨ ਦੇ ਦੌਰਾਨ ਔਰ ਉਸ ਤੋਂ ਕੁਝ ਸਮਾਂ ਬਾਅਦ ਤੱਕ ਜਦੋਂ ਤੱਕ ਸਾਡੀ ਪ੍ਰੋਟੈਕਸ਼ਨ ਹਰਡ ਇਮਿਊਨਿਟੀ ਨਹੀਂ ਆ ਜਾਂਦੀ, ਸਾਨੂੰ ਆਪਣੀਆਂ ਪ੍ਰੀਕਾਸ਼ਨਸ ਜਿਸ ਵਿੱਚ ਮਾਸਕ ਪਾਉਣਾ, सोशल डिस्टेंस मेनटेन करना, हथ धोना, इनू नहीं छड्डना। ये कार्रवाई असी करते ही रहना जिन्नी देर तक साडे प्रॉपरली ये इन्फेक्शन एरेडिकेट नहीं हो जाता। गुरदासपुर से जितेंद्र कुंडल की रिपोर्ट। आत्म कुल कमल दिवाकर भोले बाबा परम पूज्य गुरुजी श्री रतन मुरी जी महाराज साहिब, ग्रामों द्वारा बाख्यानी वचस्पति पूज्य गुरु श्री क्रांति मुरी जी महाराज साहिब, आचार्य उत्परवर्तनी पूज्य श्री मोहन माला जी महाराज साहिब, विदिशी साहिब, साध्वी पूज्य श्री आदर्श ज्योति जी महाराज साहिब की अंत्यवासी सुशिष्य संथारा साधिका आगम ज्ञाता प्रवचन प्रभाविका तपोमूर्ति पूज्य श्री गुरनी मैया अलका जी महाराज साहिब, सिद्धांताचार्य उनकी सुशिष्य प्रवचन प्रभाविका मौन साधिका वर्षा तप आराधिका मधुर वक्ता पूज्य गुरनी मैया जी, मुनीषा जी महाराज साहिब, सिद्धांती आचार्य मंगल गौरव पूज्य श्री प्राप्ति जी महाराज साहिब, ठाणे 2 के पावन सानिध्य में जैन धर्म के 23वें तीर्थकर भगवान श्री पार्श्वनाथ जन्म व दीक्षा कल्याणक दिवस बड़े ही उत्साहपूर्वक 12 जनवरी 2021 मंगलवार को सेक्टर 38 बर्दवान इंटरनेशनल स्कूल चंडीगढ़ रोड लुधियाना में मनाया जाएगा। आज मैं इस आत्म रतन क्रांति अलका गुरुद्वारा में आए हुए सभी गुरु भक्तों को सूचना देने जा रही हूँ और साथ में जो हमारे शुभ श्रावक श्राविका परम गुरु भक्त आत्म चैनल को देख रहे हैं उन्हें भी ये शुभ सूचना देने से पहले
सबसे पहले मैं आज हमारे चिंतामणि भगवान पारसनाथ जो 23वें तीर्थंकर है, उनका दीक्षा कल्याणक महोत्सव पर सभी को बहुत बहुत बधाई देती हूँ। सभी साथ में सूचना देने जा रही हूँ, सभी ने ध्यान से सुनना है। जैन धर्म के 23वें तीर्थंकर हमारे आराध्य भगवान श्री पारसनाथ जी का जन्म एवं कल्याणक महोत्सव, और इसी के साथ मेरी आराध्या, मेरी जीवन की निर्माता, मेरी नैया को पार लगाने वाली संथारा साधिका, तपोमूर्ति, आगम ज्ञाता, प्रवचन प्रभाविका, पूज्य गुरुनिमिया श्री अलका जी महाराज सिद्धांताचार्य का 59वां यानी कि 59 जन्म महोत्सव एवं शुभ श्राविका श्री आशा जैन जी की 3री पुण्य स्मृति। इसी के साथ हमारे गुरु अमर फाउंडेशन की ओर से जो राशन वितरण हर मास किया जाता है, वो भी 12 जनवरी दिन मंगलवार को सुबह 9 से 12 बजे तक का जब तक का ये कार्यक्रम रखा गया है। इसमें सबसे पहले भक्तांबर स्तोत्र की प्रार्थना जो हमारे आराध्य पूज्य गुरुदेव श्री रतन मुनि जी महाराज अपने मुखारविंद से सुनाते थे, वही प्रार्थना भक्तांबर स्तोत्र की, और इसी के साथ भगवान पारसनाथ जी का 40 का पाठ और ओम असियाउसा का जाप। उसके बाद गुणगान सभा के रूप में ये सारा कार्यक्रम मनाया जा रहा है। तो सभी से अनुरोध है कि उस दिन अधिक से अधिक सभी बहन भाई जब तप करने के लिए वहाँ पर इकाशने का और समाहित करने का भाव रखें। समय पर पहुंचकर गुरु दर्शन प्रवचनों का लाभ लें। और साथ में जो स्थान है वो हमारा वर्धमान इंटरनेशनल पब्लिक स्कूल, ध्यान से सुन लो, वर्धमान इंटरनेशनल पब्लिक स्कूल सेक्टर 38 नियर पुलिस चौकी के पास ये हमारा वर्धमान इंटरनेशनल स्कूल है। ये कार्यक्रम उस दिन 12 जनवरी 2021 दिन मंगलवार का है रखा गया है। समय 9 से 12 का है। सभी ने पहुंचकर गुरुदर्शन प्रवचनों का लाभ लेना है। कार्यक्रम के पश्चात गौतम प्रसादी का भी वहाँ पर सभी ने ग्रहण करने का भाव रखना है। भजन के माध्यम गुरुदेव की जन्म जयंती के उपलक्ष्य में एक भजन है, सभी ने साथ गुनगुनाने का प्रयास करना है। आने वाला जो जन्म महोत्सव है उन्हीं के उपलक्ष्य है। आने वाला है अलका गुरनी का जन्म दिन, आने वाला है अलका गुरनी का जन्म दिन, आने वाला है। 12 जनवरी का शुभ दिन आएगा, 12 जनवरी का शुभ दिन खुशी और बहारें लाएगा, खुशी और बहारें लाएगा। मिलकर झूमेंगे सा, मिलकर गाएंगे सा, मिलकर झूमेंगे सा, मिलकर गाएंगे सा। अलका गुरनी का जन्म दिन आने वाला है, आने वाला है, आने वाला है। अलका गुरनी का जन्म दिन आने वाला है, आने वाला है, आने वाला है। अलका गुरनी का जन्म दिन आने वाला। लुधियाना से जसविंदर की रिपोर्ट। युवा अकाली दल ने आज लुधियाना डीसी कार्यालय के बाहर कृषि कानूनों और पंजाब में शांति भंग करने के खिलाफ बड़े पैमाने पर विरोध प्रदर्शन किया। प्रधान गुरदीप सिंह गोशा, बरजिंदर सिंह लोपन और प्रभजोत सिंह धालीवाल के नेतृत्व में युवा अकाली दल के कार्यकर्ताओं ने डीसी कार्यालय में एक विज्ञापन दायर किया। गुरदीप सिंह गोशा ने कहा कि पंजाब और दिल्ली की सीमाओं पर किसान आंदोलन कर रहा है। वर्तमान में कांग्रेस और भाजपा के नेता अपनी गतिविधियों और बयानों से राज्य में माहौल खराब कर रहे हैं। पंजाब में पिछले कुछ दिनों में ऐसी घटनाएं हुई हैं जिन्होंने राज्य में तनावपूर्ण माहौल बनाया है। मुख्यमंत्री कैप्टन अमरिंदर सिंह ने पंजाब में काले कृषि अधिनियम को लागू किया और पंजाब सरकार के द्वारा किसानों के हक में जिस गायक ने गीत गाया है उस पर ही केस दर्ज कर उसको गिरफ्तार भी किया गया। बीजेपी सरकार मुर्दाबाद, मुर्दाबाद, मुर्दाबाद। देखो कांग्रेस भारतीय जनता पार्टी के हथ चौके वजों काम कर रही है।
ਇੱਕ ਪਾਸੇ ਕਹਿੰਦੇ ਕਿਸਾਨਾਂ ਦਾ ਪ੍ਰੋਟੈਸਟ ਬਹੁਤ ਜਾਇਜ਼ ਹੈ, ਦੂਜੇ ਪਾਸੇ ਪੰਜਾਬ ਵਿਧਾਨ ਸਭਾ 'ਚ ਪਾਸ ਵੀ ਕਰਤਾ ਤਾਂ ਇਹਦੇ ਨਾਲ ਦਾ ਮਿਲਦਾ ਜੁਲਦਾ ਐਕਟ। ਫਿਰ ਦੂਜੀ ਗੱਲ ਤੇ ਸਰਦਾਰ ਬਰਾੜ ਸਾਹਿਬ ਨੇ ਕਿਹੜੀ ਗਲਤੀ ਕਰ ਲਈ ਸੀ? ਇੱਕ ਕਿਸਾਨ ਐਂਥਮ ਹੀ ਲਿਖਿਆ ਸੀ ਨਾ, ਉੱਤੇ ਦੇਸ਼ ਧਰੋਹ ਦਾ ਮਾਮਲਾ ਕਿਉਂ? ਜਿਹੜਾ ਗੋਹਾ ਸਿੱਟਿਆ ਸੀ, ਜਿਹੜਾ ਭਾਰਤੀ ਜਨਤਾ ਪਾਰਟੀ ਦੇ ਹੀਰੇ ਤੋਂ ਵੀ ਬਹਿਮੂਲ ਹੈ, ਫਿਰ ਰੱਖ ਲਓ। ਤੇ ਕਾਂਗਰਸ ਸਰਕਾਰ ਕਿਉਂ ਉਹਦਾ ਪੱਖ ਪੂਰ ਰਹੀ ਹੈ? ਕੈਪਟਨ ਅਮਰਿੰਦਰ ਸਿੰਘ 307 ਦਾ ਪਰਚਾ ਕਿਸ ਗੱਲ ਦਾ ਦਰਜਾ ਕੀਤਾ? ਇਹ ਝੂਠ ਦਾ ਪਲੰਦਾ ਆ। ਅਸੀਂ ਕਹਿੰਦੇ ਆ ਇਹ ਦੋਨੋਂ ਰਲ ਮਿਲ ਕੇ ਕਰ ਰਹੇ। ਮੈਂ ਬਾਰ-ਬਾਰ ਕਹਿੰਦਾ, ਰਵਨੀਤ ਬਿੱਟੂ ਸੜਕਾਂ ਤੇ ਪ੍ਰਦਰਸ਼ਨ ਕਰਦਾ, ਸੋਨੀਆ ਗਾਂਧੀ ਦੀ ਕੋਠੀ ਤੋਂ ਡਾਇਰੈਕਸ਼ਨ ਲੈਂਦਾ ਜਾ ਕੇ ਤੇ ਟੀਵੀ ਦੇ ਅੱਗੇ ਝੂਠ ਬੋਲਦਾ। ਹੁਣ ਇਹ ਚੀਜ਼ਾਂ ਚੱਲਣੀਆਂ ਨਹੀਂ। ਬਿੱਟੂ ਜੀ, ਕਾਂਗਰਸ ਨੂੰ ਮੈਂ ਕਹਾਂਗਾ ਜਿਹੜੀ ਦੋਗਲੀ ਰਾਜਨੀਤੀ ਛੱਡ ਦਿਓ। ਅੱਜ ਕਿਸਾਨਾਂ ਨਾਲ ਖੜਨ ਦਾ ਮੌਕਾ ਸੀ ਤੇ ਤੁਸੀਂ ਧੋਖਾ ਦਿੱਤਾ, ਪਿੰਡ ਤੇ ਛੁਰਾ ਮਾਰਿਆ, ਤੇ ਇਹ ਬਰਦਾਸ਼ਤਯੋਗ ਕਰਨਾ ਨਹੀਂ। ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜਿਹੜੇ ਭੋਲੇ ਭਾਲੇ ਕਿਸਾਨਾਂ ਤੇ ਪਰਚਾ ਦਰਜ ਕੀਤਾ ਬੰਦ ਕੀਤਾ ਜਾਵੇ, ਜਿਨ੍ਹਾਂ ਤੇ ਲਾਠੀਚਾਰਜ ਕੀਤਾ ਸੀ, ਜਿਹੜੇ ਅਫਸਰਾਂ ਨੇ ਲਾਠੀਚਾਰਜ ਕੀਤਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਦੇਖੋ ਜੀ, ਅਸੀਂ ਤਾਂ ਕਹਿੰਦੇ ਵੀ ਉਮੀਦ ਦੇ ਸਿਰ ਤੇ ਸਾਰੀ ਦੁਨੀਆ ਜਿਉਂਦੀ ਹੈ। ਇਸ ਕਰਕੇ ਅਸੀਂ ਜਿਹੜੀ ਇਹ 15 ਤਰੀਕ ਦੀ ਮੀਟਿੰਗ ਹੈ ਜਿਹੜੀ ਕਾਲ ਦਿੱਤੀ ਗਈ ਹੈ, ਉਹਦੇ ਵਿੱਚ ਕਿਸਾਨ ਜਥੇਬੰਦੀਆਂ ਪਹਿਲਾਂ ਦੀ ਤਰ੍ਹਾਂ ਫੇਰ ਭਾਗ ਖਾਸ ਤੌਰ ਤੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਕਾਰਨ ਇਹ ਹੈ ਜੀ ਕਿਸਾਨ, ਅਸੀਂ ਦੇਸ਼ ਵਾਸੀਆਂ ਨੂੰ ਸਾਡਾ ਇਹੀ ਮੈਸੇਜ ਆ ਵੀ ਕਿਸਾਨਾਂ ਦੁਆਰਾ ਜਿਹੜੀ ਇਹ ਲੜਾਈ ਵਿੱਢੀ ਗਈ ਹੈ, ਇਹ ਸਾਡੀ ਸਾਰਿਆਂ ਦੀ ਸਾਂਝੀ ਲੜਾਈ ਹੈ। ਇਹਦੇ ਵਿੱਚ ਸਾਡਾ ਬਣਦਾ ਯੋਗਦਾਨ ਸਾਡੇ ਹੱਕਾਂ ਵਾਸਤੇ, ਨਾ ਕਿ ਉਹ ਆਪਣੇ ਕੋਲ ਨਿੱਜੀ ਹੱਕਾਂ ਵਾਸਤੇ ਨਹੀਂ ਜੂਝ ਰਹੇ। ਇਹ ਸਾਡੇ ਸਭ ਦੇ ਸਾਂਝੇ ਹੱਕਾਂ ਵਾਸਤੇ ਕਿਸਾਨ ਜਥੇਬੰਦੀਆਂ ਜੂਝ ਰਹੀਆਂ। ਸਾਡਾ ਉਹਨਾਂ ਦਾ ਸਹਿਯੋਗ ਦੇਣ ਦਾ, ਉਹਨਾਂ ਦੇ ਇਸ ਸੰਘਰਸ਼ ਨੂੰ ਮਜ਼ਬੂਤ ਕਰਨ ਦਾ ਸਾਡਾ ਫਰਜ਼ ਬਣਦਾ, ਆਪਦਾ ਫਰਜ਼ ਅਦਾ ਕਰਦਾ। ਤੁਹਾਨੂੰ ਲੱਗਦਾ ਇਸ ਵਾਰ ਕਿਸਾਨ ਜਿਹੜੇ ਲੋਹੜੀ ਉੱਥੇ ਜਾ ਕੇ ਬਣਾਉਣਗੇ? बिल्कुल जी, बिल्कुल। लुधियाना से मोहन के साथ राजेश मेहरा की रिपोर्ट। आपको दिखा दें, जय जो किसानी झंडे पकड़े हुए हैं और शादी का जोड़ा पहने हुए हैं, दोनों पति पत्नी दिख रहे हैं। यह कोई रैली में शामिल होने नहीं जा रहे। इनकी शादी आज गुरदासपुर के गुरुद्वारा में होने जा रही है और इन्होंने अपनी गाड़ियों पर किसानों को समर्पित झंडे लगाए हुए हैं। इसके बारे में जब शादी करने के लिए पहुंचे लड़के से बात की गई तो उनका कहना था कि आज हमारे किसान जो सरकार द्वारा लाए गए बिलों का विरोध कर रहे हैं, उनको समर्पित आज हम बड़े ही सादे तरीके से शादी कर रहे हैं और अपनी गाड़ियों पर किसानी झंडे लगाकर घर से चल रहे हैं, जैसा अब दिल्ली धरने पर बैठे किसानों को समर्पित है। इसलिए आज हम लोगों ने इस तरह से शादी करके अपना योगदान दिया है। किसान एकता जिंदाबाद, जिंदाबाद, जिंदाबाद। किसान मजदूर एकता जिंदाबाद, जिंदाबाद, जिंदाबाद। ਪਹਿਲੀ ਗੱਲ ਤਾਂ ਜੀ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਸਮਰਪਿਤ ਇਹ ਸਾਰਾ ਆਨੰਦ ਕਾਰਜ ਕੀਤਾ ਜੀ। ਔਰ ਆਪਾਂ ਜਿਹੜੇ ਸਾਡੇ ਦਿੱਲੀ ਉਹ ਸੂਰਮੇ ਯੋਧੇ ਬੈਠੇ ਨੇ, ਜੋ ਆਪਣੇ ਹੱਕਾਂ ਲਈ, ਦੇਸ਼ ਦੇ ਹੱਕਾਂ ਲਈ ਜਿਹੜੇ ਬੈਠੇ ਨੇ, ਉੱਥੇ ਜਾ ਕੇ ਜਿਨ੍ਹਾਂ ਪੱਕੇ ਡੇਰੇ ਲਾਏ ਨੇ ਆਪਣੇ ਘਰ-ਬਾਰ ਛੱਡ ਕੇ, ਇੱਕ ਉਹਨਾਂ ਦੇ ਹੌਸਲੇ ਲਈ, ਉਹਨਾਂ ਨੂੰ ਸਲਾਮ ਕਰਨ ਦੇ ਲਈ ਇੱਕ ਜਿਹੜਾ ਆਪਾਂ ਇਹ ਉਪਰਾਲਾ ਕੀਤਾ ਜੀ। ਔਰ ਆਪਾਂ ਝੰਡੇ ਲਾ ਕੇ ਔਰ ਨਾਅਰੇ ਲਾ ਕੇ, ਕਿਸਾਨੀ ਦੇ ਨਾਅਰੇ ਲਾਉਂਦੇ ਹੋਏ ਅੱਜ ਆਪਾਂ ਇਹ ਕਾਰਜ ਕਰਨਾ ਹੈ ਜੀ। ਪੰਜਾਬ ਦਾ ਇੱਕ ਕਲਚਰ ਆ ਜਿਹੜਾ ਕਿਸਾਨੀ ਹੈ, ਤੇ ਜੇ ਅੱਜ ਇਹ ਬਰਾਤ ਅੱਜ ਲੈ ਕੇ ਆਏ ਆ ਅਸੀਂ, ਤੇ ਇਹ ਬੱਚੇ ਦੀ ਵੀ ਭਾਵਨਾ, ਇਹਨਾਂ ਦੋਨਾਂ ਬੱਚਿਆਂ ਦੀ, ਵੀ ਆਪਾਂ ਦਿੱਲੀ ਵਿਖੇ ਜੋ ਸਾਡਾ ਸੰਘਰਸ਼ ਚੱਲ ਰਿਹਾ, ਇਹ 3 ਕਾਲੇ ਕਾਨੂੰਨਾਂ ਨੂੰ ਲੈ ਕੇ 3.5-4 ਮਹੀਨੇ ਤੋਂ ਪੰਜਾਬ ਦੇ ਵਿੱਚ ਸੀ, ਪਹਿਲਾਂ ਹੁਣ ਦਿੱਲੀ 'ਚ ਹੈ, ਤੇ ਉਹਦੇ ਵਾਸਤੇ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ ਉਹਦੇ ਵਿੱਚ। ਤੇ ਇਹਨਾਂ ਦੇ ਮਨ ਦੀ ਜਿਹੜੀ ਭਾਵਨਾ ਸੀ ਵੀ ਅਸੀਂ ਇੱਕ ਤੇ ਸਾਦੇ ਢੰਗ ਦੇ ਨਾਲ ਕਰਨਾ, ਤੇ ਇੱਕ ਇਹ ਮੈਸੇਜ ਦੇਣਾ ਅਸੀਂ ਸਾਰੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਦੇਣਾ ਚਾਹੁੰਦੇ ਹਾਂ ਵੀ ਸਾਰੇ ਅਸੀਂ ਸਾਦਗੀ ਵੀ ਅਪਣਾਈਏ ਤੇ ਕਿਸਾਨੀ ਸੰਘਰਸ਼ ਨੂੰ ਵੀ ਸਮਰਪਿਤ, ਕਿਉਂਕਿ ਇਹ ਸਾਡਾ ਕਲਚਰ ਬਣ ਚੁੱਕਾ, ਸਾਡਾ ਹੱਕ ਹੈ। ਇਹ ਨਸਲ ਬਚਾਉਣ ਦੀ ਗੱਲ ਹੈ, ਜਿੱਥੇ ਕਿਸਾਨੀ ਬਚਾਉਣ ਦੀ ਗੱਲ ਹੈ, ਨਾਲ ਦੀ ਨਾਲ ਆਪਣੀ ਨਸਲਾਂ ਨੂੰ ਬਚਾਉਣ ਦੀ ਗੱਲ ਹੈ। ਇਸ ਕਰਕੇ ਅਸੀਂ ਇਹ ਜਿਹੜਾ ਇਹ ਬਹੁਤ ਜ਼ਰੂਰੀ ਆ ਵੀ ਸਾਨੂੰ ਕੀਤਾ ਇਹ ਆ ਵੀ ਵੇਖੋ, ਅਸੀਂ ਬਿਲਕੁਲ ਸਾਦੇ ਢੰਗ ਦੇ ਨਾਲ ਅਸੀਂ ਜਦੋਂ ਘਰੋਂ ਤੁਰੇ ਆ ਤੇ ਬਕਾਇਦਾ ਇਹਦੇ ਲੜਕੇ ਦੇ ਜਿਹੜਾ ਅਸੀਂ ਮਨ ਦੀ ਭਾਵਨਾ ਸੀ ਵੀ ਅਸੀਂ ਕਿਸਾਨੀ ਦਾ ਝੰਡਾ ਲਾ ਕੇ, ਕਿਉਂਕਿ ਇੱਕ ਇਹ ਵੀ ਪਛਾਣ ਬਣ ਚੁੱਕੀ, ਆਇਡੈਂਟੀਟੀ ਸਾਡੀ ਬਣ ਗਈ ਵੀ ਕਿਸਾਨੀ ਦਾ ਝੰਡਾ ਲਾ ਕੇ ਆਪਣੀ ਗੱਡੀ ਦੇ ਉੱਤੇ ਕੋਈ ਫੁੱਲ ਨਹੀਂ ਲਾਏ ਗਏ, ਕੋਈ ਸਜਾਵਟ ਨਹੀਂ ਕੀਤੀ ਗਈ, ਸਿਰਫ ਇੱਕ ਕਿਸਾਨੀ ਦਾ ਝੰਡਾ ਲਾ ਕੇ ਸਾਦੇ ਰੂਪ ਦੇ ਵਿੱਚ ਗੁਰਦੁਆਰਾ ਸਾਹਿਬ ਆ ਕੇ ਤੇ ਆਨੰਦ ਕਾਰਜ ਕੀਤਾ। ਤੇ ਅੱਜ ਮੀਡੀਆ ਦੇ ਰਾਹੀਂ ਇਹ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਵੀ ਸਾਨੂੰ ਸਾਰੇ ਪੰਜਾਬ ਦੇ ਜਿੰਨੇ ਵੀ ਬੱਚੇ ਬੱਚੀਆਂ ਨੇ ਜਾਂ ਹੋਰ ਵੀ ਸਾਡੇ ਘਰਾਂ ਦੇ ਜਿੰਨੇ ਵੀ ਪ੍ਰੋਗਰਾਮ ਫੰਕਸ਼ਨ ਆਉਂਦੇ ਨੇ, ਉਹਨੂੰ ਸਾਦੇ ਢੰਗ ਦੇ ਨਾਲ ਕਿਸਾਨੀ ਰੰਗ ਦੇ ਵਿੱਚ ਰੰਗ ਕੇ ਅਸੀਂ ਤੇ ਇਹ ਜਿਹੜੇ ਪ੍ਰੋਗਰਾਮ ਅਸੀਂ ਕਰੀਏ। गुरदासपुर से जितेंद्र कुंडल की रिपोर्ट। बटाला में 2 कांग्रेस के उच्च नेताओं में पिछले 3 सालों से चली आ रही गुटबाजी आज एक बार फिर उस समय उजागर होती दिखाई दी जब कांग्रेस द्वारा बटाला के बनाए गए नगर निगम ऑब्जर्वर कैबिनेट मंत्री ओपी सोनी नगर निगम चुनावों को कांग्रेस वर्करों के साथ कांग्रेस भवन में ही पहली चुनावी मीटिंग करने पहुंचे तो कांग्रेस के अश्विनी शेखरी धड़े की ओर से तृप्त राजेंद्र बाजवा धड़े के वर्करों ने ओपी सोनी के सामने ही एक दूसरे के खिलाफ नारेबाजी की
और गाली गलौज करना शुरू कर दिया और साथ ही एक दूसरे को धमकियां देनी भी शुरू कर दी। वहीं इस गाली गलौज को शांत करने के बाद मंत्री ओपी सोनी नगर निगम बटाला के चुनावों में जीत का दावा ठोकते हुए कहा कि कांग्रेस पार्टी ने बटाला में करोड़ों के विकास करवाए हैं, जिसके कारण कांग्रेस पार्टी बटाला नगर निगम को सभी सीटों पर जीत हासिल करेगी। कई बार दो भांडे ਜਿਹੜੇ ਨੇ ਘਰ 'ਚ ਵੀ ਖੜਕ ਪੈਂਦੇ ਨੇ, ਸੋ ਗੱਲ ਆ ਸੋ ਇਹ ਲੋੜ ਤੋਂ ਵੱਧ ਖੜਕੇ ਨੇ, ਕੋਈ ਸ਼ੱਕ ਨਹੀਂ। ਪਰ ਹੁਣ ਸਾਰੇ ਇਕੱਠੇ ਵੀ ਨੇ, ਸੋ ਧਮਕੀ ਦੇਣੀ ਪਈ ਨਹੀਂ, ਧਮਕੀ ਨਹੀਂ, ਮੈਂ ਰਿਕੁਐਸਟ ਹੀ ਕੀਤੀ ਆ। ਮੈਂ ਹੁਣ ਵੀ ਕਹਾਂਗਾ, ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਆ ਵੀ ਸਾਰੇ ਪਾਰਟੀ ਵਾਸਤੇ ਇਕੱਠੇ ਹੋ ਜਾਓ। ਜੇ ਪਾਰਟੀ ਦੇ ਖਿਲਾਫ ਕੋਈ ਕੰਮ ਕਰੇਗਾ ਤੇ ਉਹ ਤੇ ਪਾਰਟੀ ਵੱਲੋਂ ਐਕਸ਼ਨ ਜ਼ਰੂਰ ਹੋਏਗਾ, ਚਾਹੇ ਕਿੰਨਾ ਵੀ ਲੀਡਰ ਹੋਏ। ਪਹਿਲੋਂ ਪਾਰਟੀ ਬਟਾਲੇ ਦੀ ਧੜੇਬਾਜ਼ੀ ਖਤਮ ਹੋਣ ਦਾ ਨਾਂ ਕਿਉਂ ਨਹੀਂ ਲੈ ਰਹੀ, ਜਦ ਕਿ ਵਿਕਾਸ ਦੇ ਕੰਮ ਕਰੋੜਾਂ ਦੇ ਹੋ ਰਹੇ ਆ, ਸਰਕਾਰ ਵੱਲੋਂ ਕਰਵਾਏ ਜਾ ਰਹੇ ਆ। ਸਾਰਿਆਂ ਨੂੰ ਰਲ ਮਿਲ ਕੇ ਕੰਮਾਂ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ। ਧੜੇਬਾਜ਼ੀ ਖਤਮ ਕਿਉਂ ਨਹੀਂ ਹੁੰਦਾ? ਧੜੇਬੰਦੀ ਜਿਹੜੀ ਆ ਸਾਡੀ ਉੱਪਰਲੇ ਲੈਵਲ ਤੇ ਕੋਈ ਕਾਂਗਰਸ ਪਾਰਟੀ ਦੀ ਧੜੇਬੰਦੀ ਨਹੀਂ। ਜੇ ਕੋਈ ਥੋੜੀ ਬਹੁਤੀ ਬਟਾਲੇ 'ਚ, ਇਹ ਤਾਂ ਤੁਹਾਨੂੰ ਵੀ ਪਤਾ ਹੀ, ਬਟਾਲੇ 'ਚ ਜਿਹੜੀ ਧੜੇਬੰਦੀ ਹੈਗੀ ਆ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ। ਸੋ ਮੇਰੀ ਇਸੇ ਕਰਕੇ ਇੱਥੇ ਡਿਊਟੀ ਲਾਈ ਆ, ਮੈਨੂੰ ਇਹ ਸੇਵਾ ਇੱਥੋਂ ਦੀ ਦਿੱਤੀ ਆ। ਫਿਕਰ ਨਾ ਕਰੋ, ਸਾਰਾ ਕੁਝ ਠੀਕ ਹੋ ਜਾਏਗਾ। ਕੋਈ ਧੜੇਬੰਦੀ ਇੱਥੇ ਰਹਿਣ ਨਹੀਂ ਦਿਆਂਗੇ। ਸਾਰੇ ਭਰਾ ਬਣ ਕੇ ਇਕੱਠੇ ਹੋ ਕੇ ਇਸ ਕਾਰਪੋਰੇਸ਼ਨ ਦੀ ਇਲੈਕਸ਼ਨ ਲੜਨਗੇ। ਸਾਡਾ ਕਿਹੜਾ ਝਗੜਾ ਨਹੀਂ ਹੈਗਾ, ਇੱਕ ਸ਼ਰਾਰਤੀ ਬੰਦਾ ਹੈਗਾ, ਪਤਾ ਨਹੀਂ ਕੀ ਨਾਂ ਉਹਦਾ, ਜਿਹੜਾ ਇੱਥੇ ਬੋਲਣ ਡਿਆ ਸੀਗਾ। ਉਹਨੂੰ ਪਿਛਲੀ ਵਾਰੀ 100 ਵੋਟ ਨਹੀਂ ਸੀ ਪਈ ਕਾਂਗਰਸ ਦੇ ਚੁਣਾਵ ਦੇ ਉੱਤੇ, ਤੇ ਮੇਰੇ ਚੁਣਾਵ 'ਚ ਉਹਨੇ ਬੜੀ ਕਾਂਗਰਸ ਦੀ ਮੁਖਾਲਫਤ ਕੀਤੀ, ਜਗ੍ਹਾ ਜਗ੍ਹਾ ਜਾ ਕੇ ਸਾਡੇ ਖਿਲਾਫ ਵੋਟਾਂ ਪਾਈਆਂ ਔਰ ਪੂਰਾ ਉਹਨੂੰ ਕਾਂਗਰਸ ਤੋਂ ਐਕਸਪੈਲ ਕਰ ਦਿੱਤਾ ਗਿਆ। ਠੀਕ ਹੈ, ਉਦੋਂ ਹੀ ਜਦੋਂ ਉਹਨੇ ਕਾਂਗਰਸ ਦੀ ਮੁਖਾਲਫਤ ਕੀਤੀ ਸੀ। ਅੱਜ ਉਹ ਸਟੇਜ 'ਤੇ ਬੈਠਾ ਸੀ, ਅਸੀਂ ਸਾਰੇ ਸੀਨੀਅਰ ਵਰਕਰ ਜਿਹੜੇ ਅਜੇ ਮਾਰੇ ਜਿਹੜੇ ਬਹੁਤ ਸੀਰੀਅਸ ਲੋਕ ਸਾਰੇ ਥੱਲੇ ਬੈਠੇ ਸੀ। ਮੇਰੇ ਮਨ 'ਚ ਥੋੜ੍ਹਾ ਜਿਹਾ ਇਹ ਚੀਜ਼ ਦਾ ਗੁੱਸਾ ਸੀ ਕਿ ਜਿਹੜੇ ਲੋਕਾਂ ਨੇ ਕਾਂਗਰਸ ਪਾਰਟੀ ਲਈ ਰਾਤ ਦਿਨ ਕੀਤਾ, ਰਾਤ ਸਰਦੀਆਂ 'ਚ ਬੰਦੇ ਸੁੱਤੇ ਨਹੀਂ ਕਈ ਦਿਨ, ਉਹ ਬੰਦੇ ਦੇ ਥੱਲੇ ਬੈਠੇ ਆ, ਤੇ ਉਹ ਬੰਦਾ ਜਿਹਨੇ ਕਾਂਗਰਸ ਦੀ ਪੇਟ 'ਚ ਛੁਰਾ ਕੋਪਿਆ, ਉਹ ਬੰਦਾ ਉੱਪਰ ਬੈਠਾ। ਫਿਰ ਗੁੱਸਾ ਤਾਲੇਬਾਨੀ ਸੋਚਣਾ ਤਾਂ ਨਹੀਂ। ਸੁਣ ਲੋ ਗੱਲ, ਗੁੱਸਾ ਤਾਲੇਬਾਨੀ ਸੁਣ ਲੋ ਗੱਲ। ਹੁਣ ਜਦੋਂ ਅਸੀਂ ਭਾਸ਼ਣ ਕਰ ਰਹੇ ਸੀ, ਅਸੀਂ ਤਾਂ ਗੱਲ ਕਰ ਰਹੇ ਸੀ ਪਾਰਟੀ ਦੇ ਸਾਂਝੇਵਾਦ ਦੀ, ਉਹਨੂੰ ਜਾਣ ਕੇ ਬੁਲਾਇਆ ਗਿਆ। ਉਹ ਬੁਲਾਇਆ ਤਾਲੇਬਾਨੀ ਸੋਚ ਨਹੀਂ ਹੈ, ਹੋਰ ਕਿਸੇ ਨੇ ਨਹੀਂ ਬੁਲਾਇਆ। ਅਸੀਂ ਕਾਂਗਰਸ ਦੇ ਵਿੱਚ ਕਾਂਗਰਸੀ ਹੈਗੇ, ਤੇ ਕਾਂਗਰਸ ਦਾ ਤਾਲੇਬਾਨੀਜ਼ਮ ਅਸੀਂ ਕਰਨ ਨਹੀਂ ਦੇਣਾ। ਤੇ ਜੇ ਅਸੀਂ ਹੁਣ ਵੀ ਸੁਣ ਲਈਏ तो फिर ये पंजाबियों की गैरत के खिलाफ होएगा। गुरदासपुर से जितेंद्र कुंडल की रिपोर्ट। श्रोमणी अकाली दल यूथ की तरफ से यूथ जिला अध्यक्ष की अगुवाई में बटाला नज़दीक कस्बा नौशहरा मज्जा सिंह में केंद्र सरकार और पंजाब सरकार का पुतला जलाकर रोष प्रदर्शन करते हुए जमकर नारेबाजी की गई। इस मौके पर प्रदर्शनकारी अकाली दल यूथ के आगुओं से बात की तो उनका कहना था कि केंद्र सरकार ने कृषि कानूनों को लेकर अपना अड़ियल रुख बरकरार रखा हुआ है। किसान जथेबंदियों को 1 महीने के ऊपर का समय हो चुका है। दिल्ली में प्रदर्शन करते हुए केंद्र सरकार मीटिंग कर रही है, लेकिन कृषि कानून वापस लेने का फैसला नहीं ले रही। केंद्र सरकार के इस अड़ियल रवैये को लेकर मोदी सरकार का पुतला जलाकर रोष प्रदर्शन किया गया। पंजाब सरकार मुर्दाबाद, मुर्दाबाद, मुर्दाबाद। आज जेड़ा ये रोष प्रदर्शन किया गया केंद्र सरकार के खिलाफ ते पंजाब सरकार के खिलाफ किया गया। केंद्र सरकार ने साडे ते काले कानून जेड़े लागू किए, किसान मारू कानून, साडे उत्थे बीबियां भैणां मातावां बच्चे बजुर्ग उत्थे जेड़े आ लंबे समय तो संघर्ष कर रहे आ, उहदे कंन ते कोई जूं नहीं सरक रही। उहदे खिलाफ संघर्ष साडे श्रोमणी अकाली दल के प्रधान साहब ने सरदार सुखबीर सिंह जी बादल ते सरदार बिक्रम सिंह जी मजीठिया साहब जेड़े साडे यूथ के सरपरस्त ने पहले दिन तो ही उन्होंने कहा कि ਜਿਹੜੀਆਂ किसान जथेबंदियां अगे ला के जो फैसला करनगियां ਅਸੀਂ मगर संघर्ष में पूरा उन्हों का साथ देंगे। ਜਿਹੜਾ पंजाब सरकार के खिलाफ अज रोस प्रदर्शन किया गया, पिछले दिनी ਜਿਹੜੇ कानून आ इन्होंने पंजाब में लागू किए आ। दूसरी गल ਜਿਹੜਾ श्री बराड़ जिन्हें किसानों के हक में गाना गाया, इन्होंने उहदे खिलाफ परचा दर्ज किया। तीसरी गल ਜਿਹੜੀ इन्होंने तीक्ष्ण सूद के घर गाड़ी साडे किसान वीर ने गोहा सुटिया, उत्ते 307 ते 452 वर्गियां धारा लाइयां। इहदे खिलाफ जिहड़ी आवाज़ बुलंद करने लई अज रोष प्रदर्शन किया गया। और
ਸਾਡੇ ਆਉਂਦੇ ਦਿਨਾਂ ਦੇ ਵਿੱਚ ਜੋ ਵੀ ਪਾਰਟੀ ਦੀ ਹਾਈ ਕਮਾਂਡ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਤੇ ਸਮੁੱਚੀ ਲੀਡਰਸ਼ਿਪ ਜੋ ਫੈਸਲਾ ਕਰੇਗੀ ਉੱਤੇ ਫੁੱਲ ਚੜਾਏ ਜਾਣਗੇ। ਅੱਜ ਜਿਵੇਂ ਕਿ ਤੁਹਾਨੂੰ ਪ੍ਰਧਾਨ ਸਾਹਿਬ ਨੇ ਦੱਸਿਆ ਹੀ ਆ ਕਿ ਇੱਕ ਤਾਂ ਇਹਨਾਂ ਨੇ 2-3 ਜਿਹੜੇ ਕੈਪਟਨ ਸਰਕਾਰ ਨੇ ਪਰਚੇ ਗਲਤ ਦਰਜ ਕੀਤੇ ਨੇ। ਇੱਕ ਤੀਕਸ਼ਣ ਸੂਦ ਦੀ ਜਿਹੜੀ ਕੋਠੀ ਦੇ ਵਿੱਚ ਗੋਹਾ ਸੁੱਟਿਆ ਮੁੰਡਿਆਂ ਨੇ, ਉਹਨਾਂ ਦੇ ਖਿਲਾਫ 307 ਤੇ 452 ਦਾ ਪਰਚਾ ਦਰਜ ਕੀਤਾ। ਇੱਕ ਜੋ ਸਾਡਾ ਕਲਾਕਾਰ ਸ੍ਰੀ ਬਰਾੜ ਹੋਣਾ ਨੇ ਕਿਸਾਨਾਂ ਦੇ ਹੱਕ ਵਿੱਚ ਗਾਣਾ ਗਾਇਆ, ਉਹਦੇ ਖਿਲਾਫ ਪਰਚਾ ਦਰਜ ਕੀਤਾ। ਉਹਦੇ ਖਿਲਾਫ ਅੱਜ ਜੋ ਵੀ ਹੁਕਮ ਹੋਇਆ ਸੀਗਾ ਸਾਨੂੰ ਸ਼੍ਰੋਮਣੀ ਅਕਾਲੀ ਦਲ ਦਾ ਪੁਤਲਾ ਫੂਕਣਾ ਸੈਂਟਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ, ਉਹਦੇ ਸੰਬੰਧ ਵਿੱਚ ਸਾਰੇ ਅਸੀਂ ਇਕੱਠੇ ਹੋਏ हैं तो पुतला फूकिया। गुरदासपुर से जितेंद्र कुंडल की रिपोर्ट। खेती कानूनों के विरोध में जहां दिल्ली में अलग अलग किसान जथेबंदियों की तरफ से ट्रैक्टर मार्च निकाले जा रहे हैं, वहां ही पंजाब में भी केंद्र सरकार का विरोध लगातार जारी है। इसी के अंतर्गत आज पंजाब के जिला फिरोजपुर के कस्बा जीरा में भी अलग अलग किसान जथेबंदियों की तरफ से आज बड़ी संख्या में एक ट्रैक्टर मार्च निकाला गया। इस मौके जानकारी देते हुए किसान नेताओं ने बताया कि 26 तारीख को जो दिल्ली में ट्रैक्टर परेड की जानी है उसकी रिहर्सल के लिए आज जीरा में ट्रैक्टर मार्च निकाला जा रहा है। प्रधान जी ਅੱਜ ਦਾ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕਿੱਥੋਂ ਸ਼ੁਰੂ ਕੀਤਾ ਜਾ ਰਿਹਾ ਤੇ ਕਿੱਥੋਂ ਤੱਕ ਜਾਣਾ ਹੈ? ਅੱਜ ਦਾ ਜਿਹੜਾ ਟਰੈਕਟਰ ਮਾਰਚ ਜਿਵੇਂ ਦਿੱਲੀ ਦੇ ਵਿੱਚ ਕੱਲ ਸਾਡੇ ਕਿਸਾਨਾਂ ਨੇ ਮਾਰਚ ਕੀਤਾ, ਉਸੇ ਤਰ੍ਹਾਂ ਹੀ ਅਸੀਂ ਜੀਰੇ ਤੋਂ ਲੈ ਕੇ ਪਿੰਡਾਂ ਵਿੱਚ ਹੁੰਦੇ ਹੋਏ ਮੱਲਾਂ ਵਾਲੇ ਜਾ ਕੇ ਸਮਾਪਤੀ ਕਰਾਂਗੇ। ਹਜ਼ਾਰਾਂ ਦੀ ਗਿਣਤੀ ਦੇ ਟਰੈਕਟਰ ਆ। ਜੇ ਸਰਕਾਰ ਨੇ ਆਰਡੀਨੈਂਸ ਨਾ ਰੱਦ ਕੀਤੇ ਤੇ ਇਹਨੂੰ ਜਰਬਾਂ ਦੇ ਕੇ ਅਸੀਂ ਹੋਰ ਟਰੈਕਟਰ ਲੈ ਕੇ ਦਿੱਲੀ ਨੂੰ ਫਿਰ ਮਾਰਚ ਕਰਾਂਗੇ 26 ਤਰੀਕ ਨੂੰ। ਦੇਖਿਆ ਜਾਵੇ ਤਾਂ ਇੱਕ ਪਾਸੇ ਜਿੱਥੇ ਹਮਾਇਤ ਕੀਤੀ ਜਾ ਰਹੀ ਹੈ, ਦੂਸਰੇ ਪਾਸੇ ਕਿਸਾਨਾਂ ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ। ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਇਹ ਜਿਹੜਾ ਸੰਘਰਸ਼ ਆ ਲਾਲ ਝੰਡਿਆਂ ਵਾਲਿਆਂ ਦੇ ਹੱਥ ਆ ਚੁੱਕਿਆ, ਇਸ ਲਈ ਇਹ ਪਾਰ ਨਹੀਂ ਲੱਗ ਸਕਦਾ। ਇਹ ਤਾਂ ਜੀ ਉਹਨਾਂ ਦਾ ਤਾਂ ਮੁੱਢ ਤੋਂ ਪਹਿਲਾਂ ਤੋਂ ਹੀ ਕੰਮ ਇਹ ਆ ਵੀ ਕਿਸਾਨਾਂ ਤੇ ਟਿੱਪਣੀਆਂ ਕਰਨੀਆਂ ਤੇ ਆਪਦੀਆਂ ਰੋਟੀਆਂ ਸੇਕਣੀਆਂ। ਕਿਸਾਨਾਂ ਦਾ ਹਮੂਤੀ ਕੋਈ ਨਹੀਂਗਾ ਜੀ। ਇਹ ਸਾਰੇ ਟਿੱਪਣੀਆਂ ਕਰਨ ਵਾਲੇ, ਇਹ ਆਪਦੀਆਂ ਰੋਟੀਆਂ ਸੇਕਣ ਵਾਲੇ, ਆਪਦੀਆਂ ਕੁਰਸੀਆਂ ਪੱਕੀਆਂ ਕਰਨ ਵਾਲੇ ਆ। ਉਹ ਇਹ ਸਰਕਾਰ ਜਿਹੜੀ ਆ ਨਾ ਮੰਨ ਲਓ ਵੀ ਐਨ ਬਖਲਾਈ ਹੋਈ ਆ, ਐਨ ਮੈਂ ਕਹਿੰਦਾ ਸਰਕਾਰ ਦੀ ਚੀਕ ਵੱਜੀ ਹੋਈ ਆ। ਹੁਣ ਉਹਨਾਂ ਨੇ ਮੰਨ ਲਾ ਹੋਰ ਤਰ੍ਹਾਂ ਨੂੰ ਕੋਈ ਰਾਹ ਨਹੀਂ ਦਿੰਦਾ, ਕਿਉਂਕਿ ਸਾਡੇ ਸੰਘਰਸ਼ ਨੂੰ ਕੋਈ ਹੋਰ ਰਾਹ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਕਿਵੇਂ ਨਾ ਕਿਵੇਂ ਜਿਹੜਾ ਇਹਨਾਂ ਦਾ ਸੰਘਰਸ਼ ਹੈ ਅੰਦੋਲਨ ਨੂੰ ਠੰਡਾ ਕੀਤਾ ਜਾਵੇ। ਇਹਨਾਂ ਦੇ ਜਿਹੜੇ ਧਿਆਨ ਆ ਜਿਹੜੇ ਪਰਚੇ ਕਰਕੇ ਇਦਾਂ ਭੜਕਾਏ ਜਾਣ, ਵੀ ਇਹਨਾਂ ਦੇ ਵਿੱਚ ਇੱਕ ਡਰ ਪੈਦਾ ਕੀਤਾ ਜਾਵੇ। ਪਰ ਜਿਹੜਾ ਯੂਥ ਹੈ, ਜਵਾਨੀ ਹੈ, ਜਿਹਨਾਂ ਮੁੰਡੇ ਦੇ ਪਰਚੇ ਦਰਜ ਹੋਏ ਆ, ਪਰਚੇ ਬਥੇਰੇ ਹੁੰਦੇ ਆਏ ਆ, ਹੁੰਦੇ ਰਹਿਣੇ ਆ। ਤੇ ਮੈਂ ਕਹਿੰਦਾ ਵੀ ਸਾਡੇ ਜਿਹੜੇ ਨੌਜਵਾਨ ਆ ਹੁਣ ਪਿੱਛੇ ਨਹੀਂ ਹਟਦੇ ਕਿ ਜਿੰਨੇ ਮਰਜ਼ੀ ਪਰਚੇ ਹੋ ਜਾਣ, ਕਿਉਂਕਿ ਗੋਲੀ ਦਾ ਡਰਾਵਾ, ਡਾਂਗਾਂ ਦਾ ਡਰਾਵਾ, ਉਹਨਾਂ ਨੂੰ ਗੋਲੀ ਦਾ ਡਰਾਵਾ, ਉਹਨਾਂ ਨੂੰ ਡਾਂਗਾਂ ਦਾ ਡਰਾਵਾ ਕੀ, ਜਿਹੜੇ ਜਾ ਕੇ ਕਈ ਸੌਂਦੇ ਹੀ ਸੇਵਿਆਂ ਦੇ ਵਿੱਚ ਆ। ਸਾਨੂੰ ਡਰ ਨਹੀਂ ਕਿਸੇ ਦਾ। फिरोजपुर से सुखचैन सिंह की रिपोर्ट। ये थे आज के धार्मिक और सामाजिक समाचार। अब राजेश मैना को दें इजाजत। कल फिर हाजिर होंगे इसी समय। आप बने रहें आत्मा चैनल के साथ। जय जिनेंद्र।